बिस्मिल्लाहिर्रहमानिर्रहीम। मेरी एक गल गौर नाल सुन लवो। एक बाबा सी, उनकी उम्र कोई तकरीबन 70-80 साल सी। उन्हें आपदे सारे पुत्र भी विआह लै, धीआं भी विआह लियां। बिल्कुल फारग सी बाबा। उस तो बाद जदों उनके पोतरे भी हो गए, दोतरे भी हो गए, तो जदों इकट्ठे होने ना, तो बाबे ने बड़ा खुश होना। उन्होंने वेख के ते बाबे ने कहना, धन गुजारिया गुजारे कम सवारिया, धन गुजारिया गुजारे कम सवारिया। ये जो बाबा कहता सी ना, ते बाबे का एक भतीजा सी, उसने वेख्या जो भी बाबा हर वक्त गुजारे कम सवारिया गुजारे कम सवारिया ये कहता रहिंदा है। एक दिन उन्हें बाबे ने पूछ लिया भी बाबा जी, ਇਹ ਜਿਹੜਾ ਤੁਸੀਂ ਕਹਿੰਦੇ ਜੇ ਵੀ ਧਨ ਗੁਜ਼ਾਰਿਆ ਗੁਜ਼ਾਰੇ ਕੰਮ ਸਵਾਰਿਆ, ਇਹਦੇ ਵਿੱਚ ਕੀ ਹਕਮਤ ਹੈ, ਇਹ ਕੀ ਗੱਲ ਕਹਿੰਦੇ? ਬਾਬੇ ਨੇ ਇੱਕ ਸਰਦ ਜਿਹੜਾ ਸਾਹ ਲਿਆ ਤੇ ਉਸ ਤੋਂ ਬਾਅਦ ਉਸ ਬੱਚੇ ਨੂੰ ਕਿਹਾ ਵੀ ਇਹ ਇੱਕ ਬੜੀ ਪੁਰਾਣੀ ਗੱਲ ਹੈ, ਜਿਹਦੀ ਵਜ੍ਹਾ ਤੋਂ ਇਹ ਮੇਰੇ ਜ਼ਬਾਨ ਤੇ ਹਰ ਵਕਤ ਇਹ ਰਹਿੰਦਾ ਹੈ, ਗੁਜ਼ਾਰੇ ਕੰਮ ਸਵਾਰਿਆ। ਬਾਬੇ ਨੇ ਦੱਸਿਆ ਵੀ ਜਦੋਂ ਮੇਰੀ ਨਵੀਂ ਨਵੀਂ ਸ਼ਾਦੀ ਹੋਈ ਤੇ ਜਿਹੜੀ ਤੇਰੀ ਤਾਈ ਸੀ, ਇਹ ਨਾ ਮੈਨੂੰ ਪਸੰਦ ਨਹੀਂ ਸੀ ਕਰਦੇ, ਤੇ ਪਹਿਲੀ ਰਾਤ ਹੀ ਇਹ ਤੁਹਾਡੀ ਤਾਈ ਨੇ ਮੈਨੂੰ ਕਹਿ ਦਿੱਤਾ ਵੀ ਤੁਸੀਂ ਮੇਰੇ ਪਸੰਦ ਨਹੀਂ ਜੇ। ਮੇਰੀ ਮਾਂ ਤੇ ਮੇਰੇ ਪਿਓ ਨੇ ਜ਼ਬਰਦਸਤੀ ਤੁਹਾਡੇ ਨਾਲ ਸ਼ਾਦੀ ਕਰ ਦਿੱਤੀ ਹੈ, ਲੇਕਿਨ ਮੈਂ ਤੁਹਾਡੇ ਨਾਲ ਵਸਣਾ ਨਹੀਂ ਗਾ। ਬਾਬਾ ਕਹਿੰਦਾ ਵੀ ਮੈਂ ਉਹਦੀ ਗੱਲ ਸੁਣੀ ਤੇ ਇੱਕ ਕੰਨ ਦੇ ਵਿੱਚੋਂ ਸੁਣੀ ਤੇ ਦੂਜੇ ਦੇ ਵਿੱਚੋਂ ਕੱਢ ਦਿੱਤੀ, ਕੋਈ ਰੱਦੇ ਅਮਲ ਨਾ ਕੀਤਾ। ਦਿਨ ਗੁਜ਼ਰਦੇ ਗਏ। ਇੱਕ ਦਿਨ ਤੁਹਾਡੀ ਤਾਈ ਜਿਹੜੀ ਹੈ ਮੈਨੂੰ ਕਹਿੰਦੀ ਵੀ ਆਪਾਂ ਨਾ ਅੱਜ ਪੇਕਿਆਂ ਤੇ ਮੈਂ ਜਾਣਾ ਤੇ ਮੈਨੂੰ ਲੈ ਕੇ ਚੱਲੋ, ਮੈਂ ਮਿਲਣਾ। ਬਾਬਾ ਜੀ ਕਹਿੰਦੇ ਵੀ ਮੈਂ ਤੁਹਾਡੀ ਤਾਈ ਨੂੰ ਲਿਆ ਤੇ ਅਸੀਂ ਦੋਵੇਂ ਜਿਹਨੇ ਟੁਰ ਪਏ। ਚੱਲਦੇ ਜਾਂਦੇ ਪੈਦਲ ਸਫ਼ਰ ਸੀ। ਇਹ ਤੁਹਾਡੀ ਤਾਈ ਦੇ ਕੋਲ ਇੱਕ ਸ਼ੋਪਨਮਾ ਇੱਕ ਟੋਕਰੀ ਹੁੰਦੀ ਪਲਾਸਟਿਕ ਦੀ, ਪਹਿਲੋਂ ਬਣੀ ਹੁੰਦੀ ਸੀ, ਜਿੰਦੇ ਵਿੱਚ ਕੱਪੜੇ ਪਾਏ ਹੁੰਦੇ ਸੀ। ਉਹਦੇ ਵਿੱਚ ਕੱਪੜੇ ਕੁਪੜੇ ਪਾ ਲਿਆ ਤੇ ਅਸੀਂ ਟੁਰ ਪਏ ਪੈਦਲ। ਸਫ਼ਰ ਕਾਫੀ ਦੂਰ ਸੀ। ਰਸਤੇ ਦੇ ਵਿੱਚ ਇੱਕ ਜਗ੍ਹਾ ਤੇ ਅਸੀਂ ਬੈਠ ਗਏ। ਉੱਥੇ ਇੱਕ ਦਰਖਤ ਦੀ ਛਾਂ ਸੀ ਤੇ ਬੈਠੇ ਆ ਤੇ ਤੁਹਾਡੀ ਤਾਈ ਕਹਿੰਦੀ ਵੀ ਮੈਨੂੰ ਪਿਆਸ ਵੀ ਲੱਗੀ ਹੈ, ਮੈਂ ਪਾਣੀ ਪੀਣਾ ਹੈ। ਉਹ ਬਾਬਾ ਜੀ ਕਹਿੰਦੇ ਵੀ ਮੈਂ ਉੱਥੇ ਨਜ਼ਦੀਕ ਹੀ ਵੇਖਿਆ ਤੇ ਇੱਕ ਖੂਹ ਮੈਨੂੰ ਨਜ਼ਰ ਆ ਗਿਆ, ਤੇ ਉਸ ਖੂਹ ਦੇ ਕੋਲ ਜਦੋਂ ਮੈਂ ਗਿਆ ਤੇ ਤੁਹਾਡੀ ਤਾਈ ਵੀ ਮੇਰੇ ਨਾਲ ਹੀ ਚਲੀ ਗਈ। ਅਸੀਂ ਵੇਖਿਆ ਵੀ ਇੱਕ ਡੋਲ ਪਿਆ ਜਿਹਦੇ ਨਾਲ ਉੱਥੋਂ ਪਾਣੀ ਕੱਢੀ ਦਾ। ਉਹਦੇ ਨਾਲ ਜਿਹੜੀ ਰੱਸੀ ਬੱਝੀ ਸੀ ਉਹ ਇੰਨੀ ਲੰਮੀ ਨਹੀਂ ਸੀ ਵੀ ਜਿਹਦੇ ਨਾਲ ਪਾਣੀ ਨਿਕਲਾ। ਮੈਂ ਉਹਦਾ ਗੌਰ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਮੇਰੀ ਪੱਗ ਸੀ ਬੜੀ ਲੰਮੀ, ਤੇ ਮੈਂ ਪੱਗ ਆਪਦੀ ਲਾਹ ਕੇ ਤੇ ਉਸ ਰੱਸੀ ਦੇ ਨਾਲ ਉਹਨੂੰ ਗੰਢ ਮਾਰ ਦਿੱਤੀ, ਤੇ ਫਿਰ ਉਹ ਡੋਲ ਜਿਹੜਾ ਸੀ ਨਾ ਖੂਹ ਦੇ ਵਿੱਚ ਲਮਕਾਇਆ ਵੀ ਪਾਣੀ ਕੱਢ ਲਈਏ, ਲੇਕਿਨ ਉਹ ਪਾਣੀ ਤੱਕ ਡੋਲ ਜਾ ਨਾ ਸਕਿਆ। ਹੁਣ ਤੁਹਾਡੀ ਤਾਈ ਨੇ ਕਿਹਾ ਵੀ ਮੇਰੇ ਕੋਲ ਇੱਕ ਐਕਸਟਰਾ ਦੁਪੱਟਾ ਹੈਗਾ, ਉਹ ਵੀ ਇਹਦੇ ਨਾਲ ਬੰਨੋ ਵੀ ਪਾਣੀ ਤੱਕ ਇਹ ਡੋਲ ਚਲਾ ਜਾਵੇ ਤੇ ਆਪਾਂ ਪਾਣੀ ਪੀ ਲਈਏ। ਉਹ ਦੁਪੱਟਾ ਵੀ ਬੰਨਿਆ ਤੇ ਫਿਰ ਡੋਲ ਨੂੰ ਜਿਹੜਾ ਖੂਹ ਦੇ ਵਿੱਚ ਲਮਕਾਇਆ, ਲੇਕਿਨ ਉਹ ਪਾਣੀ ਜਿਹੜਾ ਨਾ ਉੱਥੋਂ ਤੱਕ ਅਜੇ ਨਾ ਆ ਸਕਿਆ। ਡੋਲ ਤੇ ਪਾਣੀ ਦੇ ਦਰਮਿਆਨ ਦੇ ਵਿੱਚ ਕੋਈ 2 ਫੁੱਟ ਦਾ ਇਹ ਖਲਾਅ ਸੀ। ਅਗਰ ਹੋਰ ਥੋੜਾ ਕੱਪੜਾ ਹੁੰਦਾ ਤੇ ਫਿਰ ਪਾਣੀ ਤੱਕ ਡੋਲ ਪਹੁੰਚ ਜਾਂਦਾ। ਹੁਣ ਤੁਹਾਡੀ ਤਾਈ ਆਂਦੀ ਇਹ ਵੀ ਤੁਸੀਂ ਨਾ ਥੋੜੇ ਜਿਹੇ ਨੀਵੇਂ ਹੋਵੋ। ਮੈਂ ਨੀਵਾਂ ਹੋ ਕੇ ਤੇ ਉਹ ਡੋਲ ਨੂੰ ਲਮਕਾਇਆ ਤੇ ਤੁਹਾਡੀ ਤਾਈ ਨੇ ਮੈਨੂੰ ਕਿਹਾ ਵੀ ਆਪਦੇ ਗੋਡੇ ਜ਼ਮੀਨ ਦੇ ਨਾਲ ਲਾ ਕੇ ਤੇ ਅਸੀਂ ਝੁਕ ਜਾਓ ਤੇ ਪਾਣੀ ਤੱਕ ਡੋਲ ਪਹੁੰਚ ਜਾਏਗਾ। ਮੈਂ ਉਸ ਤਰ੍ਹਾਂ ਹੀ ਕੀਤਾ। ਜਦੋਂ ਮੈਂ ਇਸ ਤਰ੍ਹਾਂ ਝੁਕਿਆ ਤੇ ਡੋਲ ਨੂੰ ਨੀਵਾਂ ਕੀਤਾ ਤੇ ਇੰਨਾ ਕੁ ਜਿਹੜਾ ਨਾ ਇਹ ਫਾਸਲਾ ਰਹਿੰਦਾ ਸੀ, ਤੇ ਤੁਹਾਡੀ ਤਾਈ ਆਂਦੀ ਵੀ ਥੋੜਾ ਜਿਹਾ ਹੋਰ ਅੱਗੇ ਹੋਵੋ। ਮੈਂ ਜਦੋਂ ਅੱਗੇ ਹੋਇਆ ਤੇ ਤੁਹਾਡੀ ਤਾਈ ਨੇ ਮੈਨੂੰ ਮਾੜਾ ਜਿਹਾ ਹੀ ਧੱਕਾ ਲਾਇਆ ਤੇ ਮੈਂ ਖੂਹ ਦੇ ਵਿੱਚ ਜਾ ਕੇ ਡਿੱਗ ਪਿਆ। ਹੁਣ ਤੁਹਾਡੀ ਤਾਈ ਜਿਹੜੀ ਇਹਨੇ ਮੈਨੂੰ ਜਾਣ ਬੂਝ ਕੇ ਉਸ ਖੂਹ ਦੇ ਵਿੱਚ ਧੱਕਾ ਲਾਇਆ ਵੀ ਇਹ ਮਰ ਜਾਵੇਗਾ, ਇਧਰੋਂ ਮੇਰੀ ਜਾਨ ਛੁੱਟ ਜਾਵੇਗੀ। ਮੈਂ ਜਦੋਂ ਡਿੱਗਾ, ਇਹ ਤੁਹਾਡੀ ਤਾਈ ਜਿਹੜੀ ਹੈ ਇਹ ਦੌੜ ਕੇ ਕੱਲੀ ਜਾ ਕੇ ਨਾਲ ਆਪਦੇ ਮਾਂ ਪਿਓ ਦੇ ਘਰ ਚਲੀ ਗਈ, ਲੇਕਿਨ ਇਹਨੇ ਦੱਸਿਆ ਨਹੀਂ ਜਾ ਕੇ ਵੀ ਮੈਂ ਕੀ ਕਰਕੇ ਆਈ। ਉਹ ਮੈਂ ਜਦੋਂ ਡਿੱਗਾ ਨਾ ਤੇ ਦੂਰ ਕੋਈ ਅੜਿਆਲੀ ਜਿਹੜਾ ਉਹ ਭੇਡਾਂ ਚਰਾਉਂਦਾ ਸੀ ਪਿਆ, ਉਹਨੇ ਇਹ ਸਾਰਾ ਮੰਜ਼ਰ ਵੇਖਿਆ। ਉਹ ਦੌੜ ਕੇ ਆਇਆ ਤੇ ਉਹ ਤੈਰਨਾ ਵੀ ਜਾਣਦਾ ਸੀ। ਉਹਨੇ ਖੂਹ ਦੇ ਵਿੱਚ ਛਲਾਂਗ ਲਾ ਦਿੱਤੀ ਤੇ ਮੈਨੂੰ ਉਹਨੇ ਜਿਹੜਾ ਬੜੀ ਮੁਸ਼ਕਲ ਦੇ ਨਾਲ ਖੂਹ ਦੇ ਵਿੱਚੋਂ ਬਾਹਰ ਕੱਢਿਆ। ਮੇਰੇ ਸਾਰੇ ਕੱਪੜੇ ਭਿੱਜੇ ਮੈਲੇ ਹੋ ਗਏ। ਮੈਂ ਬਾਹਰ ਨਿਕਲ ਕੇ ਤੇ ਸਾਹ ਲਿਆ। ਉਸ ਤੋਂ ਬਾਅਦ ਮੈਂ ਜਿਹੜਾ ਨਾ ਆਪਣੇ ਸਸੁਰਾਲ ਦੀ ਤਰਫ ਹੀ ਚੱਲ ਪਿਆ।
ਚਲਦਿਆਂ ਚਲਦਿਆਂ ਮੈਂ ਘਰ ਪਹੁੰਚ ਗਿਆ। ਮੇਰੇ ਕੱਪੜੇ ਜਿਹੜੇ ਨੇ ਅਜੇ ਭਿੱਜੇ ਹੀ ਸੀ ਤੇ ਮੈਂ ਜਾ ਕੇ ਤੇ ਅਸਲਾਮੁ ਅਲੈਕੁਮ ਬੁਲਾਇਆ। ਜਦੋਂ ਮੈਂ ਜਾ ਕੇ ਘਰ ਸਲਾਮ ਬੁਲਾਇਆ ਤੇ ਮੇਰੀ ਬੀਵੀ ਨੇ ਵੇਖਿਆ ਵੀ ਇਹ ਤਾਂ ਫਿਰ ਮਗਰ ਆ ਗਿਆ ਹੈ। ਉਹਨੇ ਮੇਰੇ ਪਿਓ ਨੂੰ ਤੇ ਮੇਰੀ ਮਾਂ ਨੂੰ ਇਹ ਦੱਸੇਗਾ ਵੀ ਇਹਨੇ ਕੀ ਹਰਕਤ ਕੀਤੀ ਹੈ, ਲੇਕਿਨ ਮੈਂ ਦੱਸਿਆ ਨਾ ਤੇ ਬੈਠ ਗਿਆ। ਤੇ ਮੈਨੂੰ ਜਿਹੜੀ ਨਾ ਮੇਰੀ ਸੱਸ ਉਹ ਕਹਿੰਦੀ ਵੀ ਇਹ ਤੁਹਾਡੇ ਕੱਪੜੇ ਭਿੱਜੇ ਨੇ। ਤੇ ਮੈਂ ਕਿਹਾ ਵੀ ਗਰਮੀ ਬੜੀ ਸੀ ਤੇ ਮੈਂ ਰਸਤੇ ਦੇ ਵਿੱਚ ਨੇ ਇੱਕ ਥਾਂ ਤੇ ਕੱਪੜਿਆਂ ਸਣੇ ਨਹਾ ਲਿਆ ਸੀ ਤੇ ਉਸ ਵਾਸਤੇ ਨੇ ਮੇਰੇ ਕੱਪੜੇ ਜਿਹੜੇ ਨਾ ਕੁਛ ਹਵਾ ਨਾਲ ਸੁੱਕ ਗਏ ਨੇ ਤੇ ਕੁਛ ਅਜੇ ਗਿੱਲੇ ਨੇ। ਹੁਣ ਇਹ ਜਿਹੜੀ ਬੀਵੀ ਸੀ ਮੇਰੀ, ਇਹਨੇ ਸੋਚਿਆ ਵੀ ਚਲੋ ਰਾਤ ਨੂੰ ਖਾਣਾ ਖੁਣਾ ਖਾਵਣ ਦੇ, ਤੇ ਡਰਦੀ ਰਹੀ ਵੀ ਖਾਣਾ ਖਾ ਕੇ ਤੇ ਫੇਰ ਗੱਲ ਕਰੇਗਾ। ਮੈਂ ਫੇਰ ਵੀ ਕੋਈ ਨਾ ਗੱਲ ਕੀਤੀ। ਦੂਸਰੇ ਦਿਨ ਇਹਨੇ ਸੋਚਿਆ ਵੀ ਇਹ ਹੁਣ ਨਾਸ਼ਤਾ ਕਰੇਗਾ ਤੇ ਨਾਸ਼ਤੇ ਤੋਂ ਬਾਅਦ ਸਾਰੇ ਜਿਹੜੇ ਘਰ ਦੇ ਅਫਰਾਦ ਨੇ ਉਹ ਜਦੋਂ ਇਕੱਠੇ ਹੋਣਗੇ ਇਹ ਫੇਰ ਗੱਲ ਕਰੇਗਾ, ਲੇਕਿਨ ਮੈਂ ਫੇਰ ਵੀ ਗੱਲ ਨਾ ਕੀਤੀ। ਅਗਲੇ ਦਿਨ ਦੁਪਹਿਰ ਦਾ ਵਕਤ ਹੋ ਗਿਆ ਤੇ ਮੈਂ ਆਪਣੀ ਸੱਸ ਨੂੰ ਕਿਹਾ ਵੀ ਮਾਸੀ ਅਸੀਂ ਹੁਣ ਚੱਲਣਾ ਹੈ। ਉਹਨੇ ਕਿਹਾ ਵੀ ਜੀ ਬਿਸਮਿਲ੍ਲਾ ਤੁਸੀਂ ਚਲੇ ਜਾਓ, ਠੀਕ ਹੈ। ਉਹਨੇ ਸਾਨੂੰ ਪਿਆਰ ਦਿੱਤਾ ਤੇ ਅਲਵਿਦਾ ਕਰ ਦਿੱਤਾ। ਲੋ ਜੀ ਅਸੀਂ ਘਰੋਂ ਟੁਰ ਪਏ। ਵਾਪਸੀ ਵੀ ਅਸੀਂ ਪੈਦਲ ਲੱਗੇ ਆਨੇ। ਰਸਤੇ ਦੇ ਵਿੱਚ ਮੈਂ ਕੋਈ ਗੱਲ ਨਹੀਂ ਕੀਤੀ ਤੇ ਜਦੋਂ ਅਸੀਂ ਉੱਥੋਂ ਦੀ ਲੰਘੇ ਨਾ ਉਸ ਖੂਹ ਥਾਣੀ ਤੇ ਜਿਹੜਾ ਉਹ ਦਰਖਤ ਸੀ ਛਾਂ ਵਾਲਾ ਸੀ ਉੱਤੇ ਫਿਰ ਛਾਵੇਂ ਬਹਿ ਤੇ ਮੇਰੀ ਬੀਵੀ ਜਿਹੜੀ ਹੈ ਨਾ ਉਹਨੇ ਆਪਣਾ ਦੁਪੱਟਾ ਸਿਰ ਤੋਂ ਲਾਇਆ ਤੇ ਮੇਰੇ ਪੈਰਾਂ ਦੇ ਵਿੱਚ ਸੁੱਟ ਦਿੱਤਾ ਤੇ ਮੈਨੂੰ ਕਹਿੰਦੀ ਵੀ ਮੇਰੇ ਸਰਤਾਜ ਤੁਸੀਂ ਜੋ ਕੀਤਾ ਹੈ ਨਾ ਉਹਨੇ ਮੇਰੇ ਦਿਲ ਦੇ ਵਿੱਚ ਜਗ੍ਹਾ ਬਣਾ ਲਈ ਹੈ। ਤੇ ਪਹਿਲੇ ਤਾਂ ਸਾਰੇ ਜਹਾਨ ਨਾਲੋਂ ਸਭ ਤੋਂ ਬੁਰੀ ਸ਼ਕਲ ਜਿਹੜੀ ਸੀ ਨਾ ਮੈਨੂੰ ਤੇਰੀ ਨਜ਼ਰ ਆਉਂਦੀ ਸੀ, ਲੇਕਿਨ ਇਹ ਜਿਹੜਾ ਤੁਹਾਡਾ ਰਵੱਈਆ ਵੇਖ ਕੇ ਤੇ ਮੈਨੂੰ ਇਸ ਟਾਈਮ ਪੂਰੀ ਦੁਨੀਆ ਤੋਂ ਸੋਹਣੇ ਤੁਸੀਂ ਲੱਗਦੇ ਜੇ। ਤੇ ਮੈਂ ਇਨਸ਼ਾਅੱਲਾ ਬਾਕੀ ਜ਼ਿੰਦਗੀ ਜਿਹੜੀ ਨਾ ਤੁਹਾਡੇ ਨਾਲ ਫਰਮਾ ਬਰਦਾਰੀ ਨਾਲ ਗੁਜ਼ਾਰਾਂ ਦੀ, ਕੋਈ ਗੱਲ ਨਹੀਂ ਕਰਾਂ ਦੀ। ਤੇ ਪਿਛਲੀ ਮੈਨੂੰ ਮਾਫੀ ਦੇ ਦੇਵੋ ਤੇ ਕਿਸੇ ਨੂੰ ਨਾ ਦੱਸੇ। ਮੈਂ ਕਿਹਾ ਜੀ ਠੀਕ ਹੈ। ਸਾਡਾ ਉੱਥੇ ਸਮਝੌਤਾ ਹੋ ਗਿਆ। ਤੇ ਇਹ ਗੱਲ ਜਿਹੜੀ ਨਾ ਜਦੋਂ ਮੈਨੂੰ ਚੇਤਾ ਆਉਂਦੀ ਹੈ ਤੇ ਮੈਂ ਆਪਣੇ ਬੱਚੇ ਵੇਹਣਾ, ਆਪਣੇ ਪੁੱਤਰ ਵੇਹਣਾ, ਪੋਤਰੇ ਵੇਹਣਾ, ਧੀਆਂ ਨੂੰ ਵੇਹਣਾ, ਦੋਤਰੇ ਵੇਹਣਾ, ਇਹ ਸਾਰਾ ਜਿੰਨਾ ਜਿਹੜਾ ਮੇਰੀ ਫੈਮਿਲੀ ਕਬੀਲਾ ਬਣਿਆ ਪਿਆ ਇਹ ਸਾਰਾ ਤੁਹਾਡੀ ਤਾਈ ਦੀ ਵਜ੍ਹਾ ਤੋਂ ਬਣਿਆ ਪਿਆ। ਅਗਰ ਉਸ ਵਕਤ ਮੈਂ ਇਹਨੂੰ ਤਲਾਕ ਦੇ ਛੱਡਦਾ ਜਾਂ ਇਹਦੇ ਨਾਲੋਂ ਡਿਸਕਨੈਕਟ ਹੋ ਜਾਂਦਾ ਤੇ ਮੈਂ ਅੱਜ ਇਕੱਲਾ ਹੀ ਹੁੰਦਾ ਸੀ। ਤੇ ਇਹ ਗੱਲ ਜਦੋਂ ਮੈਨੂੰ ਚੇਤਾ ਆਉਂਦੀ ਹੈ ਤੇ ਫਿਰ ਮੈਂ ਇਹ ਗੱਲ ਕਹਿਣਾ, ਧੰਨ ਗੁਜ਼ਾਰਿਆ ਗੁਜ਼ਾਰੇ ਕੰਮ ਸਵਾਰਿਆ। ਅਗਰ ਮੈਂ ਗੁਜ਼ਾਰਾ ਨਾ ਕਰਦਾ ਤੇ ਕੁਝ ਵੀ ਨਹੀਂ ਸੀ ਹੋਣਾ। ਅਗਰ ਤੁਹਾਨੂੰ ਮੇਰੀ ਵੀਡੀਓ ਅੱਛੀ ਲੱਗੀ ਹੈ ਇਹਨੂੰ ਅੱਗੇ ਲਾਜ਼ਮੀ ਸ਼ੇਅਰ ਕਰ ਦੇਣਾ। ਅਸਲਾਮੁ ਅਲੈਕੁਮ ਵਰਹਿਮਤੁல்லாhi।